ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਅਰਸ਼, ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ। ਜੌਲ ਸਾਹਿਬ ਆਓ ਫਿਰ ਗੱਲਾਂ ਬਾਤਾਂ ਕਰੀਏ ਕੁਛ ਏਵੀਏਸ਼ਨ ਦੀਆਂ। ਏਅਰਪਲੇਨ ਨੂੰ ਵਾਪਸ ਮੁੜਿਆ ਗਿਆ ਜੀ ਨਿਊਯਾਰਕ। ਇਸ ਦੇ ਵਿੱਚ 2 ਅਜਿਹੇ ਪੈਸੇਂਜਰ ਸਨ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ। ਕੀ ਖਬਰ ਹੈ ਜੀ ਇਸ ਦੀ? ਇਹ ਨਾ ਪਿਛਲੇ ਹਫ਼ਤੇ ਵੈਸੇ ਕਾਫੀ ਹਲਚਲ ਰਹੀ US ਦੇ ਸਕਾਈਜ਼ ਦੇ ਵਿੱਚ, ਕਹਿ ਲਓ ਵੀ ਉੱਡਦੇ ਜਹਾਜ਼ਾਂ ਦੇ ਵਿੱਚ। ਇੱਕ ਤਾਂ ਜਹਾਜ਼ ਅਰਸ਼ ਉੜਿਆ ਸੀਗਾ ਲਾਸ ਵੇਗਾਸ ਤੋਂ ਜਾਣਾ ਸੀ ਵਾਸ਼ਿੰਗਟਨ DC, ਤੇ ਉਹ ਰਾਹ ਦੇ ਵਿੱਚ ਜੀ ਵੀ ਕੋਈ ਬੰਦਾ ਤੇ ਮਤਲਬ ਫੀਮੇਲ ਪੈਸੇਂਜਰ ਬੈਠੇ ਸੀ, ਤੇ ਉਹ ਲੇਡੀ ਦੀ ਕਿਤੇ ਸੌਂ ਗਈ, ਅੱਖ ਲੱਗ ਗਈ ਚੱਲਦੀ ਫਲਾਈਟ 'ਚ, ਤੇ ਫਿਰ ਉਹ ਜਦੋਂ ਉਹਦੀ ਜਾਗ ਖੁੱਲੀ ਵੀ ਬੰਦਾ ਉਹਨੂੰ ਛੇੜਛਾੜ ਕਰ ਰਿਹਾ ਸੀਗਾ। ਅੱਛਾ। ਉਹ ਮੁੜ ਕੇ ਜੀ ਵੀ ਫਿਰ ਜਦੋਂ ਉਹ ਔਰਤ ਨੇ ਇਤਰਾਜ਼ ਕੀਤਾ ਤੇ ਫਿਰ ਉਹ ਕਹਿਣ ਲੱਗਾ ਜੀ ਝਟਕਾ ਲੱਗ ਗਿਆ ਸੀ, ਮੈਂ ਇੱਧਰ ਨੂੰ ਉਲਾਰ ਹੋ ਗਿਆ ਸੀ ਵਗੈਰਾ ਵਗੈਰਾ। ਤੇ ਉਹ ਫਿਰ ਜੀ ਕਰਦਿਆਂ ਕਰਾਉਂਦਿਆਂ ਜਿਹੜੇ ਏਅਰ ਕਰਿਊ ਵਾਲੇ ਸੀਗੇ ਉਹਨਾਂ ਨੇ ਉਹਦੀ ਸੀਟ ਬਦਲੀ, ਪਿੱਛੇ ਉਹਨੂੰ ਰੱਖਿਆ ਤੇ ਵਾਸ਼ਿੰਗਟਨ ਲਿਆ ਕੇ ਫਿਰ ਅਰੈਸਟ ਕਰਾਇਆ। ਇੱਕ ਤੇ ਇਹ ਹੋਈ ਸਿਚੁਏਸ਼ਨ। ਦੂਸਰੀ ਸਿਚੁਏਸ਼ਨ ਜਾਣੀ ਕਿ ਨਿਊਯਾਰਕ ਤੋਂ ਜਿਹੜੀ ਫਲਾਈਟ ਨਿਊਯਾਰਕ ਦੇ ਨੇੜੇ ਇੰਟਰਨੈਸ਼ਨਲ ਨਿਊ ਜਰਸੀ ਦੇ ਵਿੱਚ ਏਅਰਪੋਰਟ ਆ ਜੀ, ਉੱਥੋਂ ਜਾਣੀ ਸੀ ਇਜ਼ਰਾਈਲ ਦੇ ਵਿੱਚ ਟੈਲ ਅਵੀਵ, ਤੇ ਉਹ ਉੱਥੋਂ ਜਦੋਂ ਉੱਡ ਪਈ ਆ ਤੇ ਬਹੁਤ ਵਾਰ ਜਦੋਂ ਪੈਸੇਂਜਰ ਸੀਟਾਂ ਤੇ ਬਹਿ ਜਾਂਦੇ ਆ ਨਾ ਤਾਂ ਫਿਰ ਜਾਣੀ ਅੱਖ ਹੁੰਦੀ ਕਈ ਲੋਕਾਂ ਦੀ ਵੀ ਮੈਂ ਟਿਕਟ ਭਾਵੇਂ ਸਸਤੀ ਕਲਾਸ ਦੀ ਲਈ ਆ ਤੇ ਜੇ ਕਿਤੇ ਮਹਿੰਗੀ ਕਲਾਸ ਵਿੱਚ ਸੀਟ ਖਾਲੀ ਮੈਂ ਉੱਥੇ ਜਾ ਕੇ ਬਹਿ ਜਾਵਾਂ। ਰਾਈਟ। ਤੇ ਉਹ ਹੁਣ ਅੱਜ ਕੱਲ੍ਹ ਜਾਣੀ ਕਿ ਵੈਰੀਫਿਕੇਸ਼ਨ ਹੁੰਦੀ ਆ ਵੀ ਜੇ ਤੁਸੀਂ ਸੀਟ ਚੇਂਜ ਕਰੋ, ਕਿਉਂਕਿ ਕਈ ਤਰ੍ਹਾਂ ਦੀ ਸਿਚੁਏਸ਼ਨ ਆ, ਕੋਵਿਡ ਨੇ ਕਈ ਕੁਛ ਬਦਲ ਕੇ ਰੱਖ ਦਿੱਤਾ। ਪਹਿਲੀਆਂ 'ਚ ਏਦਾਂ ਚੱਲਦਾ ਵੀ ਰਿਹਾ। ਵੈਸੇ 2 ਪੈਸੇਂਜਰ ਪਿੱਛੋਂ ਇਕੋਨੋਮੀ ਕਲਾਸ ਦੇ ਵਿੱਚੋਂ ਉੱਠ ਕੇ ਜਾ ਕੇ ਬਿਜ਼ਨਸ ਕਲਾਸ ਦੇ ਵਿੱਚ ਬਹਿ ਗਏ ਆ। ਹੁਣ ਬਿਜ਼ਨਸ ਕਲਾਸ ਦੇ ਵਿੱਚ ਸਫ਼ਰ ਕਰਨ ਨੂੰ ਦਿਲ ਕਰਦਾ, ਪਰ ਜੀ ਉਹਦੀਆਂ ਕੁਛ ਕੰਡੀਸ਼ਨਸ ਹੈਗੀਆਂ। ਰਾਈਟ। ਉਹ ਜਦੋਂ ਪੈਸੇਂਜਰਸ ਕਲਾਸ ਜਿਹੜਾ ਉਹ ਬਿਜ਼ਨਸ ਕਲਾਸ ਦੇ ਵਿੱਚ ਇੱਕ ਪੈਸੇਂਜਰ ਦਾ ਜਿਹੜਾ ਨਾਂ ਆ ਉਹਦੇ ਨਾਂ ਦੇ ਨਾਂ ਦਾ ਖਾਣਾ ਬਾਕੀ ਸਭ ਕੁਛ ਉੱਥੇ ਆਉਂਦਾ, ਕਿਉਂਕਿ ਉਹਨਾਂ ਨੇ 3-4 ਗੁਣਾ ਰੇਟ ਪੇ ਕੀਤਾ ਹੋਇਆ ਹੈ। ਰਾਈਟ। ਤੇ ਉਹਨਾਂ ਨੇ ਪੈਸੇਂਜਰ ਬਿਜ਼ਨਸ ਕਲਾਸ ਦੇ ਏਅਰਲਾਈਨ ਨੇ ਗਿਣੇ ਹੁੰਦੇ ਸਟਾਫ ਨੇ ਵੀ ਇੰਨੇ ਆ ਸਾਡੇ ਕੋਲ ਤੇ ਇੰਨੇ ਖਾਣੇ ਆ। ਉਹ ਜਦੋਂ ਦੇਖਿਆ ਵੀ ਬੰਦੇ ਵੱਧ ਲੱਗਦੇ ਆ ਤੇ ਲਿਸਟ ਵਿੱਚ ਨਾਂ ਥੋੜੇ ਆ ਜੀ, ਉਹਨਾਂ ਨੇ ਫਟਾਫਟ ਚੈੱਕ ਕੀਤਾ ਸਾਰਿਆਂ ਦੇ ਬੋਰਡਿੰਗ ਪਾਸ, ਉਹਨਾਂ ਨੂੰ ਪੁੱਛਿਆ ਤੇ ਉਹ ਥੋੜੇ ਸੇ ਜਾਣੀ ਉੱਥੇ ਤਿੜਕ ਫਿੜਕ ਕਰਨ ਲੱਗੇ। ਉਹ ਬੰਦੇ ਸੀਗੇ ਹਨਾ ਵੀ ਜਿਹੜੇ 2 ਪੈਸੇਂਜਰਸ, ਤੇ ਹੱਲੇ ਜਾਣੀ ਫਲਾਈਟ ਉਹ ਉੜੀ ਸੀਗੀ ਕਹਿ ਲਓ ਵੀ ਕੈਨੇਡੀਅਨ ਬੋਰਡਰ ਤੇ US ਬੋਰਡਰ ਤੋਂ ਉਹਨੇ ਅਜੇ ਜਾਣਾ ਸੀਗਾ ਅਟਲਾਂਟਿਕ ਵਾਲੀ ਸਾਈਡ ਨੂੰ। ਤੇ ਉਹਨਾਂ ਨੇ ਫਿਰ ਡਿਸਾਈਡ ਕੀਤਾ ਵੀ ਇਹ ਗਾਂਹ ਬੰਦੇ ਹੋਰ ਵੀ ਖਰਾਬ ਕਰਨਗੇ, ਇਹਨਾਂ ਨੂੰ ਪਿੱਛੇ ਹੀ ਮੋੜ ਲੈਂਦੇ ਆ। ਸੋ ਇਸ ਕਰਕੇ ਉਹਨਾਂ ਨੇ ਪਲੇਨ ਉੱਥੋਂ ਟਰਨ ਕਰ ਲਿਆ ਤੇ ਵਾਪਸ ਨਿਊ ਜਰਸੀ ਲਿਆ ਕੇ ਜੀ ਵੀ ਉਹ ਉੱਥੇ ਨਿਊਯਾਰਕ ਏਅਰਪੋਰਟ ਤੇ ਲੈਂਡ ਕੀਤਾ। ਤੇ ਅੱਗੇ ਫਿਰ ਪੁਲਿਸ ਜਿਹੜੀ ਤਿਆਰ ਸੀਗੀ ਉਹਨਾਂ ਦੋਨਾਂ ਨੂੰ ਅਰੈਸਟ ਕੀਤਾ ਤੇ ਫਲਾਈਟ ਜਿਹੜੀ ਆ ਕਿ ਉਹ ਪੂਰੀ ਦੀ ਪੂਰੀ ਕੈਂਸਲ ਕਰਨੀ ਪਈ। ਸਾਰੇ ਜਿਹੜੇ ਪੈਸੇਂਜਰ ਸੀਗੇ ਉਹਨਾਂ ਨੂੰ ਹੋਟਲ ਦੇ ਵਿੱਚ ਬਾਕੀ ਸਾਰਾ ਖੁਆਰੀ ਹੋਈ ਤੇ ਅਗਲੀਆਂ ਫਲਾਈਟਾਂ ਦੇ ਵਿੱਚ ਉਹਨਾਂ ਨੂੰ ਰੀਬੁੱਕ ਕੀਤਾ ਗਿਆ। ਸੋ ਇਸ ਤਰ੍ਹਾਂ ਯੂਨਾਈਟਿਡ ਏਅਰਲਾਈਨਸ ਦੇ ਦੋਨੇ ਪਲੇਨ ਸੀਗੇ ਜਿਨ੍ਹਾਂ ਦੇ ਵਿੱਚ ਇਹ ਇਨਸੀਡੈਂਟ ਵਾਪਰੇ ਜੀ ਪਿਛਲੇ ਹਫ਼ਤੇ। ਇੱਕ ਵਾਰੀ ਫਿਰ ਤੋਂ ਏਵੀਏਸ਼ਨ ਦੀ ਗੱਲਬਾਤ ਕਰੀਏ ਜੀ ਜੌਲ ਸਾਹਿਬ। ਕਾਫੀ ਵੱਡੀ ਤਾਦਾਦ ਦੇ ਵਿੱਚ ਲਾਸਟ ਵੀਕ ਆਪਾਂ ਗੱਲਬਾਤ ਕੀਤੀ ਸੀ ਅੰਮ੍ਰਿਤਸਰ ਤੋਂ ਟੋਰਾਂਟੋ ਦੀਆਂ ਫਲਾਈਟਾਂ ਤੇ ਟੋਰਾਂਟੋ ਟੂ ਅੰਮ੍ਰਿਤਸਰ ਦੀਆਂ ਫਲਾਈਟਾਂ ਕਾਫੀ ਵਸੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹੋ ਚੁੱਕੀ ਹੈ ਕੈਨੇਡਾ ਦੇ ਵਿੱਚ। ਤੇ ਹੁਣ ਕਹਿ ਰਹੇ ਨੇ ਕਿ ਜਿਹੜੀਆਂ ਸੀਟਾਂ ਖਾਲੀਆਂ ਹੁੰਦੀਆਂ ਸੀ ਉਹ ਹੁਣ ਪ੍ਰੋਫਿਟੇਬਲ ਹੋਣਗੀਆਂ। ਭਾਵ ਪੰਜਾਬੀ ਕਮਿਊਨਿਟੀ ਕਾਫੀ ਵੱਡੀ ਤਾਦਾਦ ਦੇ ਵਿੱਚ ਕੈਨੇਡਾ ਦੇ ਵਿੱਚ ਗਰੋਥ ਹੋ ਚੁੱਕੀ ਹੈ। ਤਾਂ ਟੋਰਾਂਟੋ ਟੂ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਟੂ ਟੋਰਾਂਟੋ ਫਲਾਈਟ ਮੇ ਬੀ ਪ੍ਰੋਫਿਟੇਬਲ। ਹਾਂ ਦੇਖੋ ਜੀ, ਖਾਲੀ ਤਾਂ ਬਿਜ਼ਨਸ ਕਲਾਸ ਹੀ ਹੁੰਦੀ ਸੀ, ਇਕੋਨੋਮੀ ਭਰ ਜਾਂਦੀ ਸੀ, ਜਿਸ ਕਰਕੇ ਇਕੋਨੋਮੀ 'ਚ ਬੈਠਿਆਂ ਆਪਾਂ ਨੂੰ ਲੱਗਦਾ ਸੀ ਵੀ ਪਲੇਨ ਫੁੱਲ ਹੈ। ਪਰ ਕਿਉਂਕਿ ਬਿਜ਼ਨਸ ਖਾਲੀ ਹੁੰਦੀ ਸੀਗੀ ਤੇ ਇਹ ਏਅਰਲਾਈਨ ਦਾ ਕੰਸਰਨ ਸੀਗਾ ਤੇ ਪ੍ਰੋਫਿਟੇਬਿਲਿਟੀ ਇਹਦੇ ਵਿੱਚ ਇਸ਼ੂ ਹੈ ਸੀ, ਕਿਉਂਕਿ ਪ੍ਰਾਈਵੇਟ ਬਿਜ਼ਨਸ ਆ ਗਵਰਨਮੈਂਟ ਦਾ। ਤੇ ਜੇ ਏਅਰਲਾਈਨ ਪ੍ਰਪੋਜ਼ਲ ਲੈ ਕੇ ਜਾਊਗੀ ਕਿ ਫਲਾਈਟ ਸ਼ੁਰੂ ਕਰਨੀ ਆ ਜੀ, ਦਿਓ ਇਜਾਜ਼ਤ, ਤੇ ਉਹ ਦੇ ਦੇਣਗੇ। ਜੇ ਉਹ ਬਾਕੀ ਸ਼ਹਿਰਾਂ ਨੂੰ ਦੇ ਸਕਦੇ ਆ ਤੇ ਅੰਮ੍ਰਿਤਸਰ ਨੂੰ ਕਿਉਂ ਨਹੀਂ ਦੇ ਦੇਣਗੇ? ਰਾਈਟ। ਪਰ ਹੁਣ ਕੋਈ ਏਅਰਲਾਈਨ ਹੀ ਗਵਰਨਮੈਂਟ ਕੋਲ ਜਾਵੇ ਨਾ ਵੀ ਸਾਡੀ ਜੀ ਵੀ ਆਹ ਰੂਟ ਸਾਨੂੰ ਪ੍ਰੋਫਿਟੇਬਲ ਲੱਗਦਾ, ਇੱਥੇ ਅਸੀਂ ਫਲਾਈਟ ਸ਼ੁਰੂ ਕਰਨੀ ਚਾਹੁੰਦੇ ਆ, ਤੇ ਗਵਰਨਮੈਂਟ ਦਾ ਤੇ ਕੋਈ ਕੰਟਰੋਲ ਹੀ ਹੈ ਨਹੀਂ ਵੀ ਉਹ ਏਅਰਲਾਈਨ ਨੂੰ ਕਹਿ ਸਕੇ ਵੀ ਤੁਸੀਂ ਉਹ ਫਲਾਣੇ ਡੈਸਟੀਨੇਸ਼ਨ ਤੇ ਜ਼ਰੂਰ ਜਾਓ। ਯੈਸ। ਜਾਂ ਫਿਰ ਗਵਰਨਮੈਂਟ ਉਹਨੂੰ ਸਪਾਂਸਰ ਕਰੇ ਵੀ ਤੁਸੀਂ ਜਾਓ, ਜਿੰਨਾ ਘਾਟਾ ਪਊਗਾ ਸਾਡੇ ਕੋਲੋਂ ਲੈ ਲਿਓ। ਇਸ ਕਰਕੇ ਅਰਸ਼ ਇਹ ਜੀਵਨ ਦੇ ਵਿੱਚ ਹੁੰਦਾ ਵੀ ਜਿੱਥੇ ਕੋਈ ਸਮੱਸਿਆ ਹੈਗੀ ਆ ਉਹਦੇ ਹੱਲ ਲਈ ਸਾਨੂੰ ਸਾਰੇ ਯਤਨ ਕਰਨੇ ਚਾਹੀਦੀਆਂ, ਸਾਰੀਆਂ ਸੰਭਾਵਨਾਵਾਂ ਲੈ ਲੈਣੀਆਂ ਚਾਹੀਦੀਆਂ। ਜਿੱਦਾਂ ਇਹ ਫਲਾਈਟ ਆ ਵੀ ਇਹਦੇ ਵਿੱਚ ਸਾਨੂੰ ਪਾਰਲੀਮੈਂਟ ਕੋਲ ਵੀ ਚਲ ਜਾਣਾ ਚਾਹੀਦਾ, ਮੈਂਬਰ ਪਾਰਲੀਮੈਂਟ ਕੋਲ ਵੀ ਚਲ ਜਾਣਾ ਚਾਹੀਦਾ, ਮੰਤਰੀਆਂ ਕੋਲ ਵੀ, ਪ੍ਰਧਾਨ ਮੰਤਰੀ ਤੱਕ, ਡਿਪਲੋਮੈਟਸ ਤੱਕ ਵੀ ਜਾਣਾ ਚਾਹੀਦਾ, ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਕੋਲ ਵੀ ਜਾਣਾ ਚਾਹੀਦਾ।
ਪਰ ਜਿਹੜੀ 에ਅਰਲਾਈਨ ਨੇ ਫਲਾਈਟ ਚਲਾਉਣੀ ਆ ਉਹਦੇ ਵਿੱਚ ਜਾਣਾ ਸਭ ਤੋਂ ਪਹਿਲਾਂ ਜ਼ਰੂਰੀ ਆ। ਰਾਈਟ। ਵੀ ਜੇ ਅੱਜ ਹੁਣ ਦੇਖੋ ਪੰਜਾਬੀ ਕਮਿਊਨਿਟੀ ਨੂੰ ਬਹੁਤ ਬਹੁਤ ਮੁਬਾਰਕ, ਆਪਾਂ ਕਿੰਨੇ ਗਰੋ ਹੋਏ ਆ ਕੈਨੇਡਾ ਦੇ ਵਿੱਚ। ਅੱਜ ਲੱਗ ਰਿਹਾ ਵੀ ਜੇ ਅੰਮ੍ਰਿਤਸਰ ਫਲਾਈਟ ਡਾਇਰੈਕਟ ਸ਼ੁਰੂ ਹੋ ਵੀ ਜਾਵੇ ਨਾ ਤੇ ਦਿੱਲੀ ਸੈਕਟਰ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜੇ ਪਹਿਲਾਂ ਸਰਕਾਰਾਂ ਦਾ ਕੋਈ ਕੰਸਰਨ ਸੀਗਾ ਜੀ ਦਿੱਲੀ ਦੀਆਂ ਰੌਣਕਾਂ ਖਤਮ ਹੋ ਜਾਣਗੀਆਂ, ਹੁਣ ਤਾਂ ਇੱਥੇ ਦੂਣ ਸਵਾਈ ਪੰਜਾਬੀ ਕਮਿਊਨਿਟੀ ਵੈਸੇ ਹੀ ਹੋ ਗਈ ਆ ਵੀ ਜਹਾਜ਼ ਤੁਸੀਂ ਦੇਖੋ ਵੀ ਕਿੱਦਾਂ ਮਹਿੰਗੀਆਂ ਟਿਕਟਾਂ 3-3 ਗੁਣਾ ਲੋਕਾਂ ਨੂੰ ਲੈਣੀਆਂ ਪੈਂਦੀਆਂ ਇਕੋਨੋਮੀ ਕਲਾਸ ਦੇ ਵਿੱਚ ਵੀ ਸੀਟ ਹੀ ਮਿਲ ਜਵੇ। ਰਾਈਟ। ਦਿੱਲੀ ਨੂੰ ਇੱਥੋਂ ਹੁਣ ਭਾਵੇਂ 2 ਫਲਾਈਟਾਂ ਵੀ ਜਾਂਦੀਆਂ ਹਫ਼ਤੇ 'ਚ 4 ਵਾਰੀ ਸਿੱਧੀਆਂ ਟੋਰਾਂਟੋ ਤੋਂ, ਉਸ ਤੇ ਸਟਿਲ ਸਾਰੀਆਂ ਫੁੱਲ ਹੁੰਦੀਆਂ, ਲੋਕਾਂ ਨੂੰ ਫੇਰ ਸੀਟ ਨਹੀਂ ਮਿਲਦੀ। ਤੇ ਇਹ ਇੰਡੀਕੇਟ ਕਰਦਾ ਵੀ ਡਿਮਾਂਡ ਇਨਫ ਆ। ਜਾਣਾ ਉਹਨਾਂ ਵਿੱਚੋਂ ਵੱਡੀ ਤਾਦਾਦ ਲੋਕਾਂ ਨੇ ਅੰਮ੍ਰਿਤਸਰ ਹੀ ਹੁੰਦਾ ਜਾਂ ਪੰਜਾਬ 'ਚ ਹੀ ਹੁੰਦਾ ਜੀ। ਵੀ ਜੇ ਇੱਥੋਂ ਸਿੱਧੀ ਫਲਾਈਟ ਵੀ ਚੱਲ ਜਾਵੇ ਤਾਂ ਬਦਲੇ ਹੋਏ ਹਾਲਾਤਾਂ 'ਚ ਸ਼ਾਇਦ ਉਹ ਪ੍ਰੋਫਿਟੇਬਲ ਹੋਵੇ, ਜਿੱਦਾਂ ਕਿ ਪਹਿਲਾਂ 에ਅਰਲਾਈਨਸ ਨੇ ਚਲਾ ਕੇ ਬੰਦ ਕੀਤੀਆਂ ਨਾ। ਇੱਕ ਕੋਈ ਕੈਨੇਡਾ 2000 에ਅਰਲਾਈਨ ਆਈ ਸੀ, ਕਿਸੇ ਨੂੰ ਯਾਦ ਨਹੀਂ ਹੋਣਾ ਕਿਉਂਕਿ ਆਪਾਂ ਕਈ ਵਾਰੀ ਇਮੋਸ਼ਨਸ ਦੇ ਵਿੱਚ ਚੀਜ਼ਾਂ ਭੁੱਲ ਜਾਂਦੇ ਆ। ਹਾਂਜੀ ਹਾਂਜੀ, ਯਾਦ ਹੈ। ਉਹ ਵੱਧ ਵਾਟੇ ਵਿਚਾਰੇ ਬੈਂਕਰਪਟ ਹੋ ਗਏ ਸੀਗੇ, ਲੋਕਾਂ ਦੇ ਪੈਸੇ ਮਾਰ ਲਏ ਉਹਨਾਂ ਨੇ, ਸਭ ਕੁਝ ਹੋ ਗਿਆ ਜੀ। ਅਸੀਂ ਵੀ ਉਸ ਫਲਾਈਟ ਦੇ ਸ਼ਾਮਲ ਸੀ। 에ਅਰ ਕੈਨੇਡਾ ਨੇ ਯਤਨ ਕਰਕੇ ਦੇਖ ਲਿਆ। ਚਲੋ 에ਅਰ ਇੰਡੀਆ ਤੇ ਸਰਕਾਰੀ ਆ ਨਾ, ਉਹਨਾਂ ਨੇ ਕਿਸੇ ਪੋਲੀਟਿਕਸ 'ਚ ਬੰਦ ਕਰ ਦਿੱਤੀ ਹੋ ਜਾਂ ਜੋ ਵੀ ਆਪਾਂ ਕਹਿਣਾ ਚਾਹੁੰਦੇ, ਠੀਕ ਹੈ ਸਾਰੀਆਂ ਗੱਲਾਂ। ਪਰ ਜਿੰਨਾ ਚਿਰ ਸਾਡੀ ਐਫਰਟ ਜਿਹੜੀ ਆ ਉਹ ਫੋਕਸਡ ਨਹੀਂ ਨਾ ਹੋਏਗੀ। ਹੁਣ ਤੁਸੀਂ ਦੇਖੋ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ, ਕੈਨੇਡਾ ਦੇ ਮੰਤਰੀ ਤੱਕ, ਕੈਨੇਡਾ ਦੇ MP ਤੱਕ, ਜਿਹੜੇ ਕਿ ਇਸ ਵੇਲੇ ਸਰਕਾਰ ਚਲਾ ਰਹੇ 2015 ਤੋਂ, ਰਾਈਟ, ਪਾਰਲੀਮੈਂਟ ਦੇ ਵਿੱਚ ਪਟੀਸ਼ਨ ਵੀ ਲੈ ਗਿਆ ਰੂਬੀ ਸੋਤਾ। ਹਾਂਜੀ। ਤੇ ਕੀ ਹੋਇਆ? ਜ਼ੀਰੋ। ਕਿਉਂਕਿ ਸਰਕਾਰ ਦੇ ਹੱਥ ਇਹ ਗੱਲ ਹੈ ਹੀ ਨਹੀਂ। ਜੇ ਹੁੰਦੀ ਤਾਂ ਜਿਹੜੀ ਹੁਣ ਸਰਕਾਰ ਆ ਇਸ ਤੋਂ ਵੱਧ ਜਾਣੀ ਪੰਜਾਬੀਆਂ ਦੀ, ਸਿੱਖਾਂ ਦੀ ਸ਼ਰਧਾਲੂ ਕੌਣ ਹੈ? ਹੋਰ ਸਰਕਾਰ ਇਹੀ ਹੈ। ਇਹ ਕਿਉਂ ਨਹੀਂ ਚਲਾਉਣਗੇ? ਕਿਉਂਕਿ ਇਹਨਾਂ ਦੇ ਹੱਥ ਹੀ ਨਹੀਂ ਹੈ। ਹੁਣ ਵਿਰੋਧੀ ਧਿਰ ਦੇ ਜੇ ਕੋਈ MP ਪਟੀਸ਼ਨ ਲਿਆਉਣ ਤੇ ਹਾਸੋਹੀਣੀ ਗੱਲ ਨਹੀਂ ਵੀ ਜਾਣੀ ਰਾਜ ਚਲਾ ਰਹੀ ਸਰਕਾਰ ਦਾ MP ਕਵੇ ਵੀ ਇਹ ਬਹੁਤ ਵਧੀਆ ਗੱਲ ਆ। ਤੇ ਉਸ MP ਸਾਹਿਬ ਨੂੰ, ਸੁੱਖ ਧਾਲੀਵਾਲ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਤਾਂ ਸਰਕਾਰ ਦੇ ਵਿੱਚ ਬੈਠੇ ਆ, ਜੇ ਵਾਕਈ ਤੁਸੀਂ ਇੰਨੇ ਹਮਦਰਦ ਆ ਵੀ ਫਲਾਈਟ ਅੰਮ੍ਰਿਤਸਰ ਸਿੱਧੀ ਚੱਲ ਜਾਣੀ ਚਾਹੀਦੀ ਆ ਤੇ ਤੁਸੀਂ ਆਪ ਕਿਉਂ ਨਹੀਂ ਕੁਛ ਕਰਦੇ? ਰਾਈਟ। ਉਹ ਤੁਸੀਂ ਆਪ ਕੁਛ ਕਰੋਗੇ ਤੇ ਜਲਦੀ ਕਰਾ ਪਾਓਗੇ, ਤੁਹਾਡੀ ਸਰਕਾਰ ਹੈ। ਹੁਣ ਉਹ ਬੋਲ ਇਸ ਕਰਕੇ ਨਹੀਂ MP ਰਹੇ ਹੁੰਦੇ ਕਿਉਂਕਿ ਵੋਟ ਪੋਲੀਟਿਕਸ ਆ, ਵੀ ਜੇ ਬੋਲਣਗੇ ਤੇ ਵੋਟਾਂ ਖਰਾਬ ਹੋਣਗੀਆਂ। ਹੁਣ ਇਸੇ ਕਰਕੇ ਜਦੋਂ ਅੱਗੇ ਸਾਡੀ ਸੰਗਤ ਖੱਜਲ ਹੋਈ ਸੀ ਕੋਵਿਡ ਦੇ ਵਿੱਚ, ਨਹੀਂ ਸੀ ਸਰਕਾਰ ਨੇ ਕੁਛ ਕੀਤਾ ਕਿਉਂਕਿ ਵੀ ਉਹਦੇ ਵਿੱਚ ਵੀ ਪੋਲੀਟਿਕਸ ਹੀ ਇਨਵੋਲਵ ਹੋ ਗਈ ਸੀ ਵੀ ਕੰਜ਼ਰਵੇਟਿਵ ਟਰਾਈ ਕਰ ਰਹੇ ਆ ਤੇ ਲਿਬਰਲ ਨੇ ਨਹੀਂ ਕਰਨਾ। ਸੋ ਮੈਂ ਸਮਝਾਂਗਾ ਜੀ ਵੀ ਸਾਡੇ ਭੈਣ ਭਰਾ, ਸਾਡੀ ਕਮਿਊਨਿਟੀ ਬਹੁਤ ਪਿਆਰੀ, ਬੜੇ ਸਤਿਕਾਰਯੋਗ ਨੇ। ਉਹਨਾਂ ਦਾ ਸਮਾਂ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਪੋਲੀਟਿਕਸ ਵਿੱਚ ਖਰਾਬ ਕਰਨ ਲਈ ਨਹੀਂ ਆ। ਅਸੀਂ ਇਮੋਸ਼ਨਲ ਹੋਣ ਦੀ ਬਜਾਏ ਫੈਕਟ ਬੇਸਡ ਡਿਸੀਜਨ ਬਣਾਈਏ, ਫੈਕਟਸ ਆਪਣੇ ਲੈ ਕੇ ਉਸ ਧਿਰ ਕੋਲ ਜਾਈਏ ਜਿੱਥੋਂ ਗੱਲ ਅੱਗੇ ਚੱਲਣੀ ਆ। ਮੈਂ ਸਮਝਾਂਗਾ ਵੀ ਪਟੀਸ਼ਨ ਵੀ ਕਰ ਲੈਣੀ ਚਾਹੀਦੀ, ਸਭ ਕੁਝ ਕਰ ਲੈਣਾ ਚਾਹੀਦਾ, ਸਤਿਕਾਰ ਹੈ, ਜੋ ਕੋਈ ਕਰ ਸਕਦਾ ਸਭ ਕੁਝ ਕਰਨਾ ਚਾਹੀਦਾ। ਪਰ ਪੰਜਾਬੀ 'ਚ ਕਿਹਾ ਜਾਂਦਾ ਵੀ ਹਨੇਰੇ 'ਚ ਟੱਕਰਾਂ ਨਹੀਂ ਮਾਰਨੀਆਂ ਚਾਹੀਦੀਆਂ। ਰਾਈਟ। ਪਟੀਸ਼ਨ ਅੱਗੇ ਹੋ ਗਈ ਆ, ਜ਼ੀਰੋ ਅਸਰ ਹੋ ਰਿਹਾ, ਸਰਕਾਰ ਚਲਾ ਰਹੀ, ਪਾਰਟੀ ਕੁਛ ਨਹੀਂ ਕਰ ਸਕੀ। ਅੱਛਾ, ਹੁਣ ਵੀ ਜੇ ਵਾਕਿਆ ਹੀ ਹੁਣ ਸਾਡੇ 18 ਜਾਂ ਜਿੰਨੇ ਵੀ MP ਆ ਉਹਨਾਂ ਤੋਂ ਵੱਧ ਤੇ ਅੰਮ੍ਰਿਤਸਰ ਦਾ ਕਿਸੇ ਨੂੰ ਨਹੀਂ ਪਤਾ। ਉਹ ਸਾਰੇ ਹੀ ਇਕੱਠੇ ਹੋ ਕੇ ਜੇ ਇੱਕ ਲੈਟਰ ਲਿਖ ਦੇਣ 에ਅਰ ਕੈਨੇਡਾ ਦੇ CEO ਨੂੰ ਵੀ ਅਸੀਂ ਜੀ ਤੁਹਾਨੂੰ ਇੱਕ ਪ੍ਰੈਜੈਂਟੇਸ਼ਨ ਦੇਣਾ ਚਾਹੁੰਦੇ ਆ ਵੀ ਬਹੁਤ ਹੁਣ ਪ੍ਰੋਫਿਟੇਬਲ ਹੋਊਗੀ ਜੇ ਤੁਸੀਂ ਅੰਮ੍ਰਿਤਸਰ ਸਿੱਧੀ ਫਲਾਈਟ ਚਲਾ ਦਿਓ, ਤੇ ਉਹ ਸਾਡੇ ਕੋਲੋਂ ਤੁਸੀਂ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਲੈਣ ਦੇ ਲਈ ਸਾਨੂੰ ਸਮਾਂ ਦਿਓ। ਰਾਈਟ। 18 MP ਇੱਕ 에ਅਰਲਾਈਨ ਨੂੰ ਚਿੱਠੀ ਲਿਖਣਗੇ ਤੇ ਕਿਉਂ ਨਹੀਂ ਸਮਾਂ ਦੇਗਾ? ਉਹ ਸਮਾਂ ਦੇਗਾ। ਤੁਸੀਂ ਪ੍ਰੈਜੈਂਟੇਸ਼ਨ ਉੱਥੇ ਜਾ ਕੇ ਦਿਓ। ਜੇ 에ਅਰਲਾਈਨ ਵਾਕਿਆ ਹੀ ਸਮਝੂਗੀ ਵੀ ਇਹ ਪ੍ਰੋਫਿਟੇਬਲ ਹੋ ਗਿਆ ਰੂਟ ਹੁਣ, ਹਨਾ, ਚਲੋ ਜੀ ਇਹ ਪਹਿਲਾਂ ਵੀ ਪ੍ਰੋਫਿਟੇਬਲ ਸੀਗਾ, ਸਾਨੂੰ ਬਹੁਤ ਵੱਡਾ ਭੁਲੇਖਾ ਪੈ ਗਿਆ। ਹੁਣ ਆ ਦੇਖੋ ਜੀ ਸਪਸ਼ਟ ਕੰਧ ਤੇ ਲਿਖਿਆ, ਬਹੁਤ ਸੋਹਣੀ ਪ੍ਰੈਜੈਂਟੇਸ਼ਨ ਆ ਗਈ ਆ, ਕਰੀਏ ਸ਼ੁਰੂ। ਗੱਲ ਤਾਂ ਹੁਣੀ ਉੱਥੋਂ ਸ਼ੁਰੂ। ਰਾਈਟ। ਪਾਰਲੀਮੈਂਟ ਦੇ ਵਿੱਚ ਅੱਗੇ ਦੇਖ ਚੁੱਕੇ ਆ ਪਟੀਸ਼ਨ ਦਾ ਹਰਸ਼ ਹਸ਼ਰ। ਪਟੀਸ਼ਨ ਦੇ ਆਪਾਂ ਖਿਲਾਫ ਨਹੀਂ, ਕਮਿਊਨਿਟੀ ਦਾ ਸਭ ਸਤਿਕਾਰ ਆ, ਬਹੁਤ ਕੁਝ ਹੋ ਜਾਣਾ ਚਾਹੀਦਾ। ਪਰ ਪੰਜਾਬੀ ਦੇ ਵਿੱਚ ਜੋ ਆਪਾਂ ਸਮਝਦੇ ਹਾਂ ਵੀ ਸਾਨੂੰ ਕਵੇਲੇ ਦੀਆਂ ਟੱਕਰਾਂ ਨਹੀਂ ਮਾਰਨੀਆਂ ਚਾਹੀਦੀਆਂ। ਸੋ ਇਹ ਇਸ ਤਰ੍ਹਾਂ ਗਰੁੱਪਾਂ 'ਚ ਆਪਾਂ ਧੜਿਆਂ 'ਚ ਜਦੋਂ ਵੰਡੇ ਜਾਂਦੇ ਆ, એનર્ਜੀ ਵੇਸਟ ਕਰਦੇ ਆ, ਵੋਟ ਪੋਲੀਟਿਕਸ ਦੇ ਵਿੱਚ ਪੈਂਦੇ ਆ, ਜਾਣ ਬੁੱਝ ਕੇ ਜਾਣੀ ਕਿ ਵੀ ਚੰਗੇ ਭਲੇ ਕੰਮ ਜੋ ਕਿ ਸਿੰਪਲ ਤਰੀਕਿਆਂ ਨਾਲ ਹੋ ਸਕਦੇ ਉਹਨਾਂ ਨੂੰ ਕੰਪਲੀਕੇਟ ਕਰਦੇ ਆ, ਤੇ ਉਹਦੇ ਨਾਲ ਕਮਿਊਨਿਟੀ ਦਾ ਭੈਣ ਭਰਾਵਾਂ ਦਾ ਸਮਾਂ ਵੀ ਵੇਸਟ ਹੁੰਦਾ, ਇਮੋਸ਼ਨ ਖਰਾਬ ਹੁੰਦੇ ਆ, ਸਭ ਕੁਝ ਉਹਦੇ ਵਿੱਚ એનર્ਜੀ ਵੇਸਟ ਚੱਲਦੀ ਆ।
ਸੋ ਇਹ ਮਗਰਮੱਛ ਦੇ ਜਿਹੜੇ ਹੰਝੂ ਆ ਨਾ ਪੋਲੀਟੀਸ਼ੀਅਨ ਦੇ, ਉਹ ਆਪਾਂ ਨੂੰ ਚਾਹੀਦੇ ਨਹੀਂ ਕਿ ਵਿਰੋਧੀ ਧਿਰ ਕੋਈ ਲੈ ਕੇ ਆਵੇ ਪਟੀਸ਼ਨ ਤੇ ਅਸੀਂ ਉਹਦੀ ਮਦਦ ਕਰਦੇ ਹਾਂ। ਤੇ ਤੁਸੀਂ ਆਪ ਕਿਉਂ ਨਹੀਂ ਕੁਝ ਕਰਦੇ? ਤੁਸੀਂ ਪੁਰਾਣੇ ਦੇਖੋ, ਪੁਰਾਣੇ MP ਬੈਠੇ ਆ ਨਾ ਇਸ ਵੇਲੇ ਸਰਕਾਰ ਚਲਾ ਰਹੀ ਪਾਰਟੀ ਦੇ, ਉਹ ਅੰਮ੍ਰਿਤਸਰ ਦੇ ਸ਼ਰਧਾਲੂ ਵੀ, ਸਭ ਕੁਝ ਉਹਨਾਂ ਨੂੰ ਪਤਾ, ਕਰਦੇ ਉਹ ਕੱਖ ਵੀ ਨਹੀਂ, ਕਿਉਂਕਿ ਉਹਨਾਂ ਦੇ ਹੱਥੇ ਹੀ ਕੁਝ ਨਹੀਂ ਕਰਨ। ਉਹ ਕੀ, ਉਹ ਸਰਕਾਰ ਚਲਾ ਰਹੀ ਪਾਰਟੀ ਦੇ ਐਮਪੀਆਂ ਦੇ ਹੱਥ ਕੁਝ ਨਹੀਂ, ਤੇ ਵਿਰੋਧੀ ਧਿਰ ਦੇ ਕੀ ਹੋਊਗਾ? ਰਾਈਟ। ਸੋ ਤਦ ਕਰਕੇ ਇਹਨੂੰ ਪੋਲਿਟਿਕਸ ਦੇ ਵਿੱਚ ਕਮਿਊਨਿਟੀ ਦਾ ਸਮਾਂ ਬਰਬਾਦ ਜਿਹੜਾ ਨਾ ਹੋਵੇ, ਇਸ ਕਰਕੇ ਆਪਾਂ ਕਹਿੰਦੇ ਆ ਵੀ ਪ੍ਰੋਫਿਟੇਬਿਲਿਟੀ ਦੀ ਫੈਕਟ ਬੇਸਡ ਰਿਪੋਰਟ ਜਿਹੜੀ ਆ 에ਅਰ ਕੈਨੇਡਾ ਨੂੰ ਪ੍ਰੈਜ਼ੈਂਟ ਕਰਨ ਲਈ MP ਅੱਗੇ ਲੱਗਣ, ਜਿਹੜੇ ਕਹਿੰਦੇ ਵੀ ਅਸੀਂ ਕਮਿਊਨਿਟੀ ਦੇ ਬਹੁਤ ਜੀ ਖੈਰ ਖੁਆਹ ਆ, ਪਟੀਸ਼ਨ ਦੀ ਓਡੀ ਲੋੜ ਵੀ ਨਹੀਂ। 18 ਸਾਡੇ ਕੋਲ MP ਆ, ਉਹ ਜੇ 에ਅਰ ਕੈਨੇਡਾ ਦੇ ਦਫ਼ਤਰ ਜਾ ਕੇ ਬੈਠਣ ਵੀ ਸਾਨੂੰ ਸਮਾਂ ਦਿਓ ਜੀ, ਪ੍ਰੈਜ਼ੈਂਟੇਸ਼ਨ ਦੇਣੀ ਆ, ਫਲਾਈਟ ਚੱਲਣੀ ਚਾਹੀਦੀ ਆ, 에ਅਰ ਕੈਨੇਡਾ ਕਿੱਦਾਂ ਉਹਨਾਂ ਨੂੰ ਸਮਾਂ ਨਹੀਂ ਦਊਗੀ? ਸੋ ਤਦ ਕਰਕੇ ਜੇ ਐਮਪੀਆਂ ਨੇ ਕੁਝ ਕਰਨਾ ਹੀ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਸਿੰਪਲ ਤਰੀਕਿਆਂ ਦੇ ਨਾਲ ਜੀ। ਪਰ ਜੇ ਮਗਰਮੱਛਾਂ ਦੇ ਹੰਝੂਆਂ ਵੀ ਆ ਤੇ ਮਤਲਬ ਲੋਕਾਂ ਨੂੰ ਏਦਾਂ ਗੱਲਾਂ ਬਾਤਾਂ 'ਚ ਖੁਸ਼ ਰੱਖਣਾ ਤੇ ਨਾਲ ਲੋਕ ਖੱਜਲ ਹੋਈ ਜਾਣ, ਉਹ ਗੱਲ ਵੱਖਰੀ ਆ। ਸੋ ਅੱਜ ਲੱਗ ਰਿਹਾ ਬਦਲੇ ਹੋਏ ਹਾਲਾਤ ਦੇ ਵਿੱਚ ਸਾਡੀ ਕਮਿਊਨਿਟੀ ਕੈਨੇਡਾ 'ਚ ਇੰਨੀ ਗਰੋ ਕਰ ਗਈ ਆ, ਅੰਮ੍ਰਿਤਸਰ ਦੀ ਫਲਾਈਟ ਸਿੱਧੀ ਵੀ ਭਰੀ ਜਾ ਸਕਦੀ ਆ, ਦਿੱਲੀ ਦੀਆਂ ਬੰਬੇ ਦੀਆਂ ਬਾਕੀ ਫਲਾਈਟਾਂ ਵੀ ਭਰੀਆਂ ਹੀ ਜਾਣਗੀਆਂ, ਉਸ ਸੈਕਟਰ ਤੇ ਕੋਈ ਅਸਰ ਨਹੀਂ ਹੋਏਗਾ। ਇਸ ਬੇਸ ਤੇ ਦਿੱਤੀ ਜਾ ਸਕਦੀ ਪ੍ਰੈਜ਼ੈਂਟੇਸ਼ਨ 에ਅਰ ਕੈਨੇਡਾ ਕੋ ਸਮਾਂ ਲੈ ਕੇ ਸਿੱਧੀ 에ਅਰ ਕੈਨੇਡਾ ਆਪਣੀ ਪ੍ਰਪੋਜ਼ਲ ਕੈਨੇਡੀਅਨ ਗਵਰਨਮੈਂਟ ਕੋ ਲੈ ਕੇ ਜਾਏ, ਜੋ ਕਿ ਪ੍ਰੋਸੀਜਰ ਆ। ਆਪਾਂ ਨੂੰ ਇਮੋਸ਼ਨਲ ਹੋਏ ਬਿਨਾ ਪ੍ਰੋਸੀਜਰ ਸਮਝਣਾ ਚਾਹੀਦਾ ਵੀ ਇਹ ਕੰਮ ਸੌਖੇ ਤਰੀਕੇ ਨਾਲ ਘੱਟ ਸਾਧਨ ਜੁੜਾ ਕੇ ਥੋੜੇ ਸਮੇਂ 'ਚ ਅਸੀਂ ਕਿੱਦਾਂ ਕਰ ਸਕਦੇ ਹਾਂ। ਐਮਪੀਆਂ ਨੂੰ ਪਟੀਸ਼ਨ ਦੀ ਬਜਾਏ, ਕਮਿਊਨਿਟੀ ਦਾ ਸਮਾਂ ਖਰਾਬ ਕਰਨ ਦੀ ਬਜਾਏ 18 ਨੂੰ ਇਕੱਠੇ ਹੋਣਾ ਚਾਹੀਦਾ, 6 ਹੀ ਹੋ ਜਾਣ, ਚਲੋ ਮੈਂ ਕਹਿੰਦਾ 18 ਦੀ ਵੀ ਨਹੀਂ ਲੋੜ, ਠੀਕ ਆ। BC ਤੇ ਓਨਟਾਰੀਓ ਵਾਲੇ ਚਲੋ ਇਕੱਠੇ ਹੋ ਜਾਣ, 5 ਤੇ ਬਰੈਂਪਟਨ ਦੇ ਹੀ ਆ, ਇਹ ਜਾਣ 에ਅਰ ਕੈਨੇਡਾ ਦੇ ਦਫ਼ਤਰ ਜਾ ਕੇ ਬਹਿ ਜਾਣ, ਜਿੰਨਾ ਚਿਰ ਸਮਾਂ ਨਹੀਂ ਦਿੰਦੇ ਉੱਥੋਂ ਨਾ ਉੱਠਣ। ਰਾਈਟ। ਦੇਣਗੇ ਉਹ ਸਮਾਂ, ਕਿਉਂ ਨਹੀਂ ਦੇਣਗੇ? ਇੱਕ ਚਿੱਠੀ ਪਾ ਦੇਣ, ਉਹ ਸਮਾਂ ਦੇਣਗੇ, ਆ ਜਾਓ ਜੀ, ਜਾ ਕੇ ਉੱਥੇ ਪ੍ਰੈਜ਼ੈਂਟੇਸ਼ਨ ਦਿਓ ਤੇ ਆਹ ਲਓ ਜੀ, ਆਹ ਦੇਖੋ ਆ ਤੁਹਾਡੀ ਕਿੰਨੀ ਫਲਾਈਟ ਪ੍ਰੋਫਿਟੇਬਲ ਆ, ਤੁਸੀਂ ਤਾਂ ਬਹੁਤ ਲੂਜ਼ ਕਰ ਰਹੇ ਹੋ ਉੱਥੇ ਨਾ ਜਾ ਕੇ। ਤੇ 에ਅਰ ਕੈਨੇਡਾ ਕਿਹੜੀ ਕੰਪਨੀ ਆ, ਕਿਹੜਾ ਬਿਜ਼ਨਸ ਆ ਜਿਹਨੂੰ ਪ੍ਰੋਫਿਟ ਦੇਵੇ ਤੇ ਉਹ ਫਲਾਈਟ ਨਹੀਂ ਲੈ ਕੇ ਜਾਊ? 100%। ਜਾਂ ਫਿਰ ਅਰਸ਼, ਜੇ ਬਿਜ਼ਨਸ ਕਲਾਸ ਉਹਨਾਂ ਦੀ ਖਾਲੀ ਜਾਂਦੀ ਆ ਨਾ, ਐਸਾ ਕੋਈ ਪਲੇਨ ਡਿਜ਼ਾਈਨ ਕੀਤਾ ਜਾ ਸਕਦਾ ਵੀ ਜਿਹਦੇ ਵਿੱਚ ਬਿਜ਼ਨਸ ਕਲਾਸ ਦੀਆਂ ਬਹੁਤ ਲਿਮਟਿਡ ਸੀਟਾਂ ਹੋਣ, ਜਾਂ ਬਾਕੀ ਸਾਰੀਆਂ ਇਕਨੋਮੀਆਂ ਹੋਣ। ਬਿਲਕੁਲ, ਸਿਰਫ ਇਕਨੋਮੀ ਕਲਾਸ ਹੋਵੇ, ਕੋਈ ਚਾਰਟਰਡ ਪਲੇਨ ਹੋਵੇ ਜਾਂ ਜੋ ਵੀ ਹੋਵੇ, ਉਹਦੇ ਹੋਰ ਆਪਸ਼ਨਸ ਦੇਖੇ ਜਾ ਸਕਦੇ ਆ। ਮਤਲਬ 에ਅਰ ਕੈਨੇਡਾ ਨਹੀਂ ਚਲਾ ਰਹੀ, ਨਾ ਚਲਾਵੇ, ਕੋਈ ਚਾਰਟਰਡ ਪਲੇਨ ਮਤਲਬ ਅਦਰਵਾਈਜ਼ ਤਿਆਰ ਹੋਰ ਕੋਈ ਉੱਠ ਸਕਦੀ ਹੈ ਕੰਪਨੀ। ਬਿਲਕੁਲ। ਜੇ ਅਸੀਂ ਆਪਣਾ ਪ੍ਰਾਈਵੇਟ ਆ ਦੇਖੋ ਚਾਰਟਰਡ ਪਲੇਨ ਲੈ ਕੇ ਜਾਵਾਂਗੇ, ਸਾਨੂੰ ਪਰਮਿਸ਼ਨ ਦਿਓ। ਗਵਰਨਮੈਂਟ ਕੋਲ ਕੋਈ ਪਲਾਨ, ਆਪਣਾ ਆਪਸ਼ਨ ਲੈ ਕੇ ਜਾਣਾ ਜ਼ਰੂਰੀ ਆ ਵੀ ਇਸ ਤਰੀਕੇ ਦੇ ਨਾਲ ਇਹ ਕੰਮ ਅਸੀਂ ਕਰਨਾ ਚਾਹੁੰਦੇ ਆ। ਪਟੀਸ਼ਨ ਦਾ ਤੇ ਹਸ਼ਰ ਅੱਗੇ ਦੇਖ ਲਿਆ ਵੀ ਸਰਕਾਰੀ ਧਿਰ ਕੁਝ ਨਹੀਂ ਕਰ ਸਕੀ ਤੇ ਵਿਰੋਧੀ ਧਿਰ ਕੀ ਕਰੂਗੀ। ਸਿਰਫ ਇੱਕ ਪੋਲੀਟਿਕਸ ਦੇ ਵਿੱਚ ਸਮਾਂ ਕਮਿਊਨਿਟੀ ਦਾ ਖਰਾਬ ਨਾ ਕੀਤਾ ਜਾਵੇ, ਬਸ ਇੰਨੀ ਬੇਨਤੀ ਹੈ। ਬਾਕੀ ਹਰ ਭੈਣ ਭਰਾ ਦਾ ਸਤਿਕਾਰ ਆ, ਆਪਾਂ ਤੇ ਸਾਰਿਆਂ ਦੇ ਨਾਲ ਹੀ ਆ ਜੀ। ਜੌਲ ਸਾਹਿਬ, ਆਓ ਫਿਰ ਗੱਲਬਾਤ ਕਰੀਏ ਇੱਕ ਹੋਰ ਵਿਸ਼ੇ ਦੀ। ਜਦੋਂ ਵੀ ਇਹ ਵੀ ਖਬਰ ਕਾਫੀ ਇਟਸ ਸੈਡ, ਜੋ ਸਾਡੀ ਕਮਿਊਨਿਟੀ ਦਾ ਨਾਮ ਫਿਰ ਅੱਗੇ ਆਉਂਦਾ, ਉਹ ਵੀ ਇਸ ਕੰਮ ਦੇ ਵਿੱਚ ਤਾਂ ਫਿਰ ਤਾਂ ਸ਼ਰਮ ਜੀ ਆਉਂਦੀ ਹੈ ਖਬਰ ਨੂੰ ਸਾਂਝੀ ਕਰਦੇ ਹੋਏ। 4 ਪੰਜਾਬੀ ਇੰਕਲੂਡਿੰਗ ਇੱਕ ਔਰਤ, ਨਾਮ ਤੁਸੀਂ ਲੈ ਦਿਓ ਜੀ, 4 ਨਾਮ ਨੇ, ਅਰੈਸਟ ਹੋਏ ਨੇ ਜੀ ਡਰੱਗ ਅਤੇ ਵੈਪਨ ਦੇ ਕੇਸ ਦੇ ਵਿੱਚ ਅਲਬਰਟਾ ਦੇ ਵਿੱਚ। ਬਿਲਕੁਲ ਜੀ ਅਰਸ਼, ਇਹ ਵੀ ਦੱਸਦੀ ਹੈ ਵੀ ਜਿਹੜਾ ਲੀਡਰਸ਼ਿਪ ਆ ਨਾ, ਉਹ ਹੁੰਦਾ ਵੀ ਲੋਕਾਂ ਨੂੰ ਦੱਸਣਾ ਉਹਨਾਂ ਦੇ ਬੈਸਟ ਇੰਟਰਸਟ ਦੇ ਵਿੱਚ ਘੱਟ ਸਮੇਂ 'ਚ ਆਪਾਂ ਵੱਧ ਪ੍ਰਾਪਤੀ ਕਿੱਦਾਂ ਕਰ ਸਕਦੇ ਹਾਂ। ਸੋ ਇਸ ਕਰਕੇ ਆਪਾਂ ਪ੍ਰੋਗਰਾਮ ਦੇ ਤੌਰ ਤੇ ਸਦਾ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਦੇ ਵਿੱਚ ਆ, ਤੇ ਕਮਿਊਨਿਟੀ ਲੰਬੇ ਸਮੇਂ ਤੋਂ ਜਾਣਦੀ ਆ ਵੀ ਅਸੀਂ ਖੈਰ ਖੁਆਹ ਕਮਿਊਨਿਟੀ ਦੇ ਆ ਜੀ। ਸਾਰੀ ਤਰ੍ਹਾਂ ਦੀਆਂ ਰਾਜਨੀਤਿਕ ਵਲਗਣਾ ਤੋਂ ਉੱਪਰ ਉੱਠ ਕੇ, ਇਹ ਭਾਵੇਂ ਲਿਬਰਲ ਹੋਵੇ, ਭਾਵੇਂ ਕੰਜ਼ਰਵੇਟਿਵ ਹੋਵੇ, ਭਾਵੇਂ NDP ਹੋਵੇ, ਸਾਨੂੰ ਫਲਾਈਟ ਚੱਲਦੀ ਚਾਹੀਦੀ ਆ। ਸਾਨੂੰ ਫਲਾਈਟ ਚੱਲਦੀ ਚਾਹੀਦੀ ਆ। ਉਹਦੇ ਲਈ ਐਨਰਜੀ ਫੋਕਸਡ ਹੋ ਕੇ ਇੱਕ ਪਾਸੇ ਲਗਾਈਏ, ਕੋਈ ਪੋਲੀਟਿਕਸ ਉਹਦੇ ਵਿੱਚ ਨਾ ਹੋਵੇ, ਹੈ ਨਾ ਜੀ। ਇਸੇ ਪੋਲੀਟੀਸ਼ੀਅਨਸ ਦੇ ਕਰਨ ਵਾਲਾ ਇਹ ਕੰਮ ਹੀ ਨਹੀਂਗਾ, 에ਅਰਲਾਈਨ ਦੇ ਕਰਨ ਵਾਲਾ ਕੰਮ ਹੈ। ਇਹ ਸਮਝਣ ਦੀ ਲੋੜ ਆ ਭੈਣ ਭਰਾਵਾਂ ਨੂੰ, ਇਮੋਸ਼ਨਲ ਨਹੀਂ ਹੋਣਾ। ਆਪਾਂ ਫੈਕਟ ਬੇਸ ਇਸ ਵੇਲੇ ਕੈਨੇਡਾ ਦੇ ਵਾਸੀ ਆ, ਅੰਡਰਸਟੈਂਡ ਕਰੀਏ ਪ੍ਰੋਸੈਸ ਨੂੰ ਜੀ, ਕਿਉਂਕਿ ਸਭ ਕੁਝ ਕਰਕੇ ਦੇਖਿਆ ਨਾ। ਨਵਦੀਪ ਬੈਂਸ ਨਹੀਂ ਕਰ ਸਕੇ ਕੁਛ, ਸੁਖ ਧਾਲੀਵਾਲ ਤੋਂ ਉੱਪਰ ਸੀ ਮੰਤਰੀ ਬੈਠੇ, ਸੋ ਤਦ ਕਰਕੇ ਸਾਨੂੰ ਸੋਚਣਾ ਚਾਹੀਦਾ ਵੀ ਆਪਾਂ ਨੂੰ ਕਰਨ ਦੀ ਕੀ ਲੋੜ ਆ। ਇਹ ਜੀ ਵੀ ਦੇਖੋ ਅਰਸ਼, ਆਪਾਂ ਪਹਿਲੇ ਜਨਵਰੀ ਤੋਂ ਜਿਉਂ ਹੀ ਦਿਨ ਫਿਰ ਗਿਣਤੀ ਦੇ ਸ਼ੁਰੂ ਹੁੰਦੇ ਆ ਤੇ ਦੇਖਿਆ ਵੀ 23 ਗ੍ਰਿਫਤਾਰੀਆਂ ਇੱਕ ਕੁੜੀ ਦੇ ਸਮੇਤ ਇੱਥੇ ਟੋਰਾਂਟੋ ਏਰੀਆ ਦੇ ਵਿੱਚ ਹੀ ਹੋ ਚੁੱਕੀਆਂ, ਤਰ੍ਹਾਂ ਦੇ ਜ਼ੁਰਮਾਂ ਦੇ ਵਿੱਚ ਨਵੇਂ ਸਾਲ ਦੇ ਵਿੱਚ। ਪਰ ਹੁਣ ਇਹ 4 ਨਵੀਆਂ ਅਰੈਸਟ ਜਿਹੜੀਆਂ ਹੋਈਆਂ, 4 ਹੀ ਨਾ ਪੰਜਾਬੀ ਆ।
ਸੋ ਵੀ ਜੇ ਟਰਾਂਟੋ ਦੇ ਏਰੀਏ 'ਚ ਜਰਾ ਹੁਣ ਸ਼ਾਂਤੀ ਹਫ਼ਤਾ ਕੁ ਰਹੀ ਆ ਤੇ ਉਧਰੋਂ ਕੰਮ ਸ਼ੁਰੂ ਹੋ ਗਿਆ, ਕਿਤੇ ਨਾ ਕਿਤੇ ਜਾਣੀ ਕੰਮ ਚੱਲਦਾ ਹੀ ਰਹਿਣਾ। ਕਹਿਣ ਦਾ ਮਤਲਬ ਇੰਨੀ ਆਪਾਂ ਕਮਿਊਨਿਟੀ ਹੋ ਗਏ ਆ, ਆਪਾਂ ਕਹਿ ਰਹੇ ਹਾਂ ਨਾ ਵੀ ਹੁਣ ਪ੍ਰੋਫਿਟੇਬਲ ਤਾਂ ਜੇ ਅੰਮ੍ਰਿਤਸਰ ਨੂੰ ਜਾਈਏ ਤਾਂ ਕਿਹੜਾ ਘਾਟਾ ਪੈਣਾ ਵੀ ਆ ਦੇਖੋ ਕਮਿਊਨਿਟੀ ਇੱਕ ਸ਼ਹਿਰ 'ਚ ਅਰੈਸਟ ਬੰਦ ਆ, ਦੂਜੇ ਪਾਸੇ ਹੋਣ ਲੱਗ ਪਈਆਂ, ਆਪਾਂ ਕੰਮ ਕੋਈ ਛੱਡਣਾ ਥੋੜ੍ਹਾ ਆ। ਸੋ ਇਹ ਕੇਸ ਤੇ ਜਿਹੜਾ ਜੀ ਵੀ ਪੁਲਿਸ ਕਾਫੀ ਇਹਨਾਂ ਨੇ ਪਿਛਲੇ ਸਾਲ ਹੀ ਵੈਸੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ। ਐਡਮਿੰਟਨ ਦੇਖੋ ਸਵਰਗੀ ਸ਼ਹਿਰ ਹੈ, ਕਿੱਥੇ ਜਾ ਕੇ ਆਪਾਂ ਕੀ ਕਰ ਰਹੇ ਹਾਂ। ਇੱਕ ਤੇ ਪ੍ਰਭਮੀਤ ਚਾਨੀਆਣਾ 25 ਸਾਲ ਦਾ, ਇਹ ਹੁਣ ਔਰਤ ਕਹਿਣਾ ਕਿ ਜਾਂ ਇਹਨੂੰ ਕੁੜੀ ਹੀ ਕਹਿਣਾ ਹੈ। ਗੁਨੀਤ ਬਰਾੜ ਆ 24 ਸਾਲ ਦੀ, ਹਾਂਜੀ 24 ਸਾਲ ਦੀ ਹੈ। ਤੇ ਕੁਲਵਿੰਦਰ ਸਿੰਘ ਹੈ 27 ਸਾਲ ਦਾ। ਗੁਰਕਮਲ ਪਰਮਾਰ ਹੈ 24 ਸਾਲ ਦਾ। ਸੋ ਕਿਸੇ ਦੀ ਵੀ ਉਮਰ ਜਾਣੀ ਕਿ 30 ਸਾਲ ਤੋਂ ਵੱਧ ਨਹੀਂ ਹੈਗੀ, ਹਨਾ। ਨਾ ਪ੍ਰਭਜੀਤ ਲੋਕਾਂ ਨੇ ਨਾਂ ਰੱਖਿਆ ਹੋਵੇ ਘਰ ਦੇ ਵਿੱਚ ਬੱਚੇ ਦਾ, ਗੁਰਕਮਲ ਰੱਖਿਆ ਹੋਵੇ ਮਾਰ ਕਿਤੇ ਨਾਂ। ਤੇ ਤੁਸੀਂ ਕੰਮ ਦੇਖੋ ਵੀ ਹੁਣ ਆਪੇ ਹੀ ਪੇਸ਼ ਹੋਏ ਆ। ਜਦੋਂ ਪਤਾ ਲੱਗ ਗਿਆ ਨਵੰਬਰ ਦੇ ਵਿੱਚ ਪੇਸ਼ ਹੋ ਗਏ ਸੀਗੇ ਪੁਲਿਸ ਦੇ ਕੋਲ ਜਾ ਕੇ। ਡਰੱਗ ਦਾ ਜਿਹੜਾ ਕੇਸ ਜਾਣੀ ਐਡਮਿੰਟਨ ਤੋਂ ਕੈਲਗਰੀ ਤੱਕ ਵੀ ਖਲਾਰਾ ਜਿਹੜਾ ਜੀ ਪਿਆ ਹੋਇਆ ਸੀਗਾ ਇਹ ਸਮਗਲਿੰਗ ਦਾ। ਤੇ ਇਹਦੇ ਕਰਕੇ ਵੀ ਜਾਣੀ ਪਤਾ ਲੱਗਾ ਵੀ 3 ਤੇ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਉਹ ਪੁਲਿਸ ਨੇ ਫੜੀਆਂ ਤੇ ਉਹਦੇ ਵਿੱਚ ਖਾਨੇ ਬਣਾਏ ਹੋਏ ਸੀਗੇ ਵੀ ਡਰੱਗ ਇੱਧਰੋਂ ਉੱਧਰ ਕਿੱਦਾਂ ਟਰਾਂਸਪੋਰਟ ਕਰਨੀ, ਵੀ ਪਤਾ ਹੀ ਨਾ ਲੱਗੇ ਵੀ ਇੱਥੇ ਡਰੱਗ ਲੁਕੋਈ ਵੀ ਹੋ ਸਕਦੀ ਹੈ ਇਸ ਗੱਡੀ 'ਚ, ਹਨਾ। ਤੇ 2 ਪਿਸਤੌਲਾਂ, ਗੋਲੀ ਸਿੱਕਾ ਤੇ ਹੋਰ ਇਹਨਾਂ ਕੋਲੋਂ ਕੋਕੀਨ ਤੇ ਕਰੈਕ ਕੋਕੀਨ ਕਾਫੀ ਕੁਝ ਜਿਹੜਾ ਉਹ ਪੁਲਿਸ ਨੇ ਬਰਾਮਦ ਕਰਨ ਦਾ ਦਾਅਵਾ ਕੀਤਾ। ਬਾਕੀ ਜਿਹੜਾ ਜੀ ਵੀ ਅਗਲੀ ਪੁੱਛਗਿੱਛ ਹੁਣ ਇਹਨਾਂ ਦੇ ਕੋਲੋਂ ਜਾਰੀ ਹੈ। ਪ੍ਰਭਜੀਤ ਚਾਨੀਆਣਾ ਦੇ ਕੋਲੋਂ, ਗੁਰਕਮਲ ਪਰਮਾਰ ਦੇ ਕੋਲੋਂ, ਗੁਨੀਤ ਬਰਾੜ ਦੇ ਕੋਲੋਂ ਜਿਹੜੀ ਕਿ ਕੁੜੀ ਹੈ, ਤੇ ਕੁਲਵਿੰਦਰ ਸਿੰਘ ਦੇ ਕੋਲੋਂ ਜੀ। 905 813 1320 ਵਾਈਂਡ ਅਪ ਕਰਦੇ ਜੀ ਜੌਲ ਸਾਹਿਬ। ਐਕਸਪ੍ਰੈਸ ਐਂਟਰੀ ਸਿਸਟਮ ਕਾਫੀ ਵੱਡੀ ਤਾਦਾਦ ਦੇ ਵਿੱਚ ਓਵਰਲੋਡ ਹੋ ਰਿਹਾ ਜੀ। ਜਿੱਥੇ ਐਕਸਪ੍ਰੈਸ ਐਂਟਰੀ ਸਿਸਟਮ ਵੀ ਉੱਥੇ PR ਦਾ ਵੀ ਓਵਰਲੋਡ ਹੋ ਰਿਹਾ, ਉੱਥੇ ਵੱਖ-ਵੱਖ ਜਿਹੜੇ ਅਦਾਰੇ ਨੇ ਉਹ ਵੀ ਓਵਰਲੋਡ ਹੋ ਰਹੇ ਨੇ। ਪਰੰਤੂ ਸਕਿਲਡ ਵਰਕਰਸ ਅਰਾਊਂਡ ਦ ਵਰਲਡ ਐਕਸਪ੍ਰੈਸ ਐਂਟਰੀ ਕਾਫੀ ਓਵਰਲੋਡ ਲੈ ਰਹੀ ਹੈ ਜੀ। ਹਾਂ ਜੀ ਬਿਲਕੁਲ। ਦੇਖੋ ਆਪਾਂ ਇਹ ਪਿੱਛੇ ਵੀ ਗੱਲ ਕੀਤੀ ਸੀ ਵੀ 83% ਜਿਹੜੇ ਉਹਦੇ ਵਿੱਚ ਪ੍ਰੋਫਾਈਲ ਰਹਿ ਗਏ ਨਾ ਇਸ ਵੇਲੇ ਕੈਨੇਡੀਅਨ ਐਕਸਪ੍ਰੈਸ ਐਂਟਰੀ ਦੇ ਵਿੱਚ, ਉਹ ਸਿਰਫ ਤੇ ਸਿਰਫ ਸਕਿਲਡ ਵਰਕਰਸ ਹੈਗੇ ਆ ਜਿਹੜੇ ਕਿ ਆਪਣੀ ਕੰਪੀਟੈਂਸੀ ਦੇ ਅਬਿਲਿਟੀ ਦੇ ਬੇਸ ਤੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਲੈ ਕੇ ਇੱਥੇ ਆਉਣਾ ਚਾਹੁੰਦੇ ਆ ਜੀ। ਤੇ ਪਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਕਾਫੀ ਜ਼ੋਰ ਰਿਹਾ ਪਿਛਲੇ ਸਾਲ ਗਵਰਨਮੈਂਟ ਦਾ। ਸੋ ਇਸ ਸਾਲ ਲੱਗ ਰਿਹਾ ਵੀ ਜਦੋਂ ਹੁਣ ਮੰਤਰੀ ਸੀਨ ਫਰੇਜ਼ਰ ਹੋਣਾ ਨੇ ਆਪਣੀ ਰਿਪੋਰਟ ਪੇਸ਼ ਕਰਨੀ ਆ ਫਰਵਰੀ ਦੇ ਪਹਿਲੇ ਹਫ਼ਤੇ ਪਾਰਲੀਮੈਂਟ ਦੇ ਵਿੱਚ, 31 ਜਨਵਰੀ ਨੂੰ ਹੁਣ ਸੈਸ਼ਨ ਸ਼ੁਰੂ ਹੋ ਜਾਣਾ। ਤੇ ਉਹਦੇ ਵਿੱਚ ਫਿਰ ਜਾਣੀ ਕਿ ਇਹ ਸਕਿਲਡ ਵਰਕਰ ਕੈਟਾਗਰੀ ਨੂੰ ਥੋੜ੍ਹਾ ਬਹੁਤਾ ਫੋਕਸਡ ਕਰਨ ਦੀ ਸ਼ਾਇਦ ਲੋੜ ਹੋਵੇ ਕੈਨੇਡੀਅਨ ਇੰਪਲੋਇਮੈਂਟ ਮਾਰਕੀਟ ਦੀਆਂ ਨੀਡਸ ਦੇ ਮੁਤਾਬਕ ਜੀ। ਉਹਦੇ ਵਿੱਚ ਕੁਝ ਜਿਹੜੇ ਪ੍ਰੋਫੈਸ਼ਨ ਆ ਜੀ ਵੀ ਉਹਨਾਂ ਤੇ ਜ਼ਿਆਦਾ ਕੰਸਨਟਰੇਟ ਕੀਤਾ ਜਾ ਸਕਦਾ। ਪਰ ਜਿਹੜੇ ਕੁੱਲ ਮਿਲਾ ਕੇ ਦੇਖਿਆ ਜਾ ਰਿਹਾ ਵੀ 1,94,000 ਤਾਂ ਸੀਗੇ ਜੀ ਵੀ ਜਾਣੀ ਇਹ ਮਿਡ ਦਸੰਬਰ ਤੱਕ ਪ੍ਰੋਫਾਈਲ। ਪਰ ਉਹ ਹੁਣ ਜਿਹੜੇ ਪ੍ਰੋਫਾਈਲ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਸਕਿਲਡ ਵਰਕਰਸ ਦੇ 2 ਲੱਖ ਤੋਂ ਵੱਧ ਚੁੱਕੇ ਆ ਜੀ ਜੀ ਜੀ। 2,10,000 ਦੇ ਕਰੀਬ ਹੋਣ ਵਾਲੇ ਆ। ਸੋ ਉਸ ਲਿਹਾਜ਼ ਨਾਲ ਲੱਗ ਰਿਹਾ ਜੀ ਵੀ ਜਿਹੜੇ ਇਹ ਡਰਾਜ਼ ਆ ਜੇ ਨਹੀਂ ਜਲਦੀ ਨਾਲ ਕੱਢੇ ਜਾਂਦੇ ਤੇ ਦੂਸਰੇ ਪਾਸੇ ਉੱਥੇ ਜਿਹੜੇ ਪ੍ਰੋਫਾਈਲਸ ਆ ਉਹਨਾਂ ਦੇ ਨਾਂ ਐਂਟਰ ਹੋਣੇ ਹੁਣ ਹਾਲ ਦੀ ਘੜੀ ਲੱਗ ਰਿਹਾ ਜੀ ਵੀ ਉਹ ਥੋੜ੍ਹਾ ਜਿਹਾ ਸਟਾਪ ਹੋਏ ਆ ਵੀ ਤਾਂ ਕਿ ਗਵਰਨਮੈਂਟ ਦੇ ਕੋਲ ਇੰਨੇ ਜ਼ਿਆਦਾ ਨਾ ਉਹ ਓਵਰਲੋਡ ਹੋ ਜਾਵੇ ਸਿਸਟਮ ਤਾਂ ਕਿ ਉਹਨੂੰ ਪ੍ਰੋਸੈਸ ਹੀ ਨਾ ਕਰ ਸਕਣ। ਕਿਉਂਕਿ ਆਲਰੇਡੀ ਜਿਹੜੇ ਐਕਸਪ੍ਰੈਸ ਐਂਟਰੀ ਦੇ ਵਿੱਚ ਪ੍ਰੋਫਾਈਲਸ ਪਏ ਹੋਏ ਆ ਵੀ ਜੇ ਉਹਨਾਂ ਦੇ ਨਾਲ ਹੀ ਗਵਰਨਮੈਂਟ ਨੇ ਡੀਲ ਕਰਨਾ ਹੋਵੇ ਤੇ ਸਾਰਾ ਸਾਲ ਉਹਨਾਂ ਨੂੰ ਆਰਾਮ ਨਾਲ ਲੱਗ ਜਾਣਾ। ਰਾਈਟ। ਤੇ 55,000 ਦੇ ਕਰੀਬ ਜਿਹੜੇ 1 ਸਾਲ ਦੇ ਵਿੱਚ ਪ੍ਰੋਸੈਸ ਕੀਤੇ ਜਾ ਸਕਦੇ ਆ। ਸੋ ਇਸ ਕਰਕੇ ਇੰਟਰਸਟ ਆ ਕੈਨੇਡਾ ਪ੍ਰਤੀ ਜੀ ਦੁਨੀਆ ਭਰ ਤੋਂ ਹੀ, ਭਾਰਤ ਪੰਜਾਬ ਤੋਂ ਸਮੇਤ ਵੱਡੀ ਤਾਦਾਦ ਦੇ ਵਿੱਚ ਬਰਕਰਾਰ ਹੈ। ਲੋਕ ਆਉਣਾ ਚਾਹੁੰਦੇ ਕਿਸੇ ਵੀ ਤਰੀਕੇ ਦੇ ਨਾਲ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਐਕਸਪ੍ਰੈਸ ਐਂਟਰੀ ਜਿਹੜੀ ਇਸ ਵੇਲੇ ਓਵਰਲੋਡ ਲੱਗ ਰਹੀ ਆ। ਜੌਲ ਸਾਹਿਬ ਵਾਈਂਡ ਅਪ ਕਰਦੇ ਹਾਂ ਲਾਸਟ ਖਬਰ ਦੇ ਵੱਲ। ਕਾਫੀ ਆਨਲਾਈਨ ਫਰਾਡਸ ਵੀ ਹੋ ਰਹੇ ਨੇ। ਕੈਨੇਡਾ ਐਂਟੀ ਫਰਾਡ ਸੈਂਟਰ ਨੇ ਰਿਸੀਵ ਕੀਤੇ ਓਵਰ 68,000 ਕੰਪਲੇਂਟਸ 2021 ਦੇ ਵਿੱਚ। ਇਹ ਉਹ ਜਿਹੜੇ ਨੇ ਫਰਾਡ ਜਿਹੜੇ ਕਾਲ ਤੁਹਾਨੂੰ ਕਰਦੇ ਨੇ, ਸਾਡਾ CRA ਦਾ ਹੈ, ਇੱਦਾਂ ਉੱਦਾਂ, ਤੁਸੀਂ ਅਰੈਸਟ ਹੋਣ ਵਾਲੇ ਹੋ, ਤੁਸੀਂ ਤੁਹਾਡੇ ਕੋਲ ਆਹ ਪੈਂਡਿੰਗ ਹੈ, ਉਹ ਪੈਂਡਿੰਗ ਹੈ। ਸੋ ਇਹ ਉਹ ਵਾਲੇ ਕਾਲਸ ਆ। ਯੈਸ ਅਰਸ਼, ਇਹਦੇ ਵਿੱਚ ਨਾ ਜੋਬ ਜਿਹੜੇ ਲੋਕ ਹੁਣ ਸਰਚ ਕਰਦੇ ਨੇ ਜਾਂ ਨਵੇਂ ਇਮੀਗ੍ਰੈਂਟ ਹੁੰਦੇ ਆ ਜਾਂ ਨਵੇਂ ਸਟੂਡੈਂਟਸ ਆਉਂਦੇ ਆ, ਨਵੇਂ ਵਰਕਰਸ ਵੀ ਹੁੰਦੇ ਆ, ਫੋਰੇਨਰਸ, ਉਹਨਾਂ ਨੂੰ ਕਈ ਵਾਰੀ ਟਾਰਗੇਟ ਕੀਤਾ ਜਾਂਦਾ। ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਜਾਣੀ ਕਿ ਪੈਕੇਜਸ ਬਣਾ ਕੇ ਦੇਣਾ ਵੀ ਤੁਸੀਂ ਘਰੋਂ ਹੀ ਕੰਮ ਕਰਨਾ ਆ, ਤੁਸੀਂ ਸਾਰਾ ਕੁਛ ਕਰਨਾ ਨੀ ਗਾ, ਫੋਨ ਹੀ ਕਰਨੇ ਆ ਜਾਂ ਈਮੇਲਾਂ ਦੇ ਜਵਾਬ ਹੀ ਦੇਣੇ ਆ ਤੇ ਤੁਹਾਨੂੰ $25 ਘੰਟੇ ਦੇ ਦਿਆਂਗੇ ਹੈ ਜੀ। ਫਿਰ ਉਹਨਾਂ ਨੇ ਸਕੀਮਾਂ ਘੜੀਆਂ ਹੁੰਦੀਆਂ ਵੀ ਸਾਡਾ ਇੱਕ ਦਫ਼ਤਰ ਉਹ ਫਲਾਣੇ ਸ਼ਹਿਰ 'ਚ ਨਵਾਂ ਹੀ ਅੱਜ ਬਣਨ ਲੱਗਾ, ਉੱਥੇ ਫਰਨੀਚਰ ਆਰਡਰ ਕਰ ਦਿੱਤਾ ਜੀ ਜੀ ਜੀ, ਉਹਦਾ ਸਾਡਾ ਜਿਹੜਾ ਉਹ ਚੈੱਕ ਆ ਅਸੀਂ ਤੁਹਾਨੂੰ ਆ ਭੇਜਿਆ ਤੇ ਉੱਧਰ ਪੇਮੈਂਟ ਕਰ ਦਿਓ, ਫਿਰ ਤੁਹਾਨੂੰ ਹੋਰ ਮਿਲ ਜਾਂਦੀ ਹੈ। ਇੱਦਾਂ ਦੀਆਂ ਕਹਾਣੀਆਂ ਘੜ ਕੇ ਜਿਹੜਾ ਨਾ ਬਹੁਤ ਸਾਰੇ ਲੋਕਾਂ ਨੂੰ ਇੱਥੇ ਬਰੈਂਪਟਨ ਕੈਲੇਟਨ 'ਚ ਪਿਛਲੇ ਸਮੇਂ ਦੇ ਦੌਰਾਨ ਵੀ ਠੱਗਿਆ ਜਾ ਚੁੱਕਾ। ਨਵੇਂ ਜਿਹੜੇ ਜੋਬ ਸੀਕਰਸ ਹੁੰਦੇ ਸੀ, ਰਾਈਟ, ਉਸ ਤਰ੍ਹਾਂ ਦਾ ਜਿਹੜਾ ਫਰਾਡ ਆ ਜਾਣੀ ਕਿ ਇਹ ਔਨ ਗੋਇੰਗ ਹੀ ਆ। ਸੋ ਹੁਣ ਆਪਾਂ ਜਿੱਦਾਂ ਪਹਿਲਾਂ ਕਹਿੰਦੇ ਹੁੰਦੇ ਆ
ਤੇ ਨਾ ਇਹ ਠੱਗ ਤੇ ਠੱਗਣੀਆਂ ਨੂੰ ਘਰੋਂ ਬਾਹਰ ਜਾਣ ਦੀ ਲੋੜ ਹੈ, ਨਾ ਠੱਗ ਹੋਣ ਵਾਲੇ ਲੋਕਾਂ ਨੂੰ ਘਰੋਂ ਬਾਹਰ ਜਾਣ ਦੀ ਲੋੜ ਹੈ, ਕਿਉਂਕਿ ਇੰਟਰਨੈਟ ਕੰਪਿਊਟਰ ਫੋਨ ਘਰੇ ਹੀ ਆ ਜੀ। ਸੋ ਉਹਦੇ ਅੱਗੇ ਬੈਠੇ ਹੀ ਲੋਕ ਜਿਹੜੇ ਆ ਜੀ ਵੀ ਲੋਕਾਂ ਨੂੰ ਠੱਗ ਠੱਗ ਕੇ ਅਮੀਰ ਵੀ ਹੋ ਸਕਦੇ ਆ ਤੇ ਸਕਦੀਆਂ ਆ, ਤੇ ਲੁੱਟੇ ਪੁੱਟੇ ਵੀ ਏਦਾਂ ਜਾਣੀ ਕਿ ਅੰਦਰ ਘਰਾਂ 'ਚ ਬੈਠੇ ਜਾ ਰਹੇ ਆ ਜੀ। ਉਸ ਲਿਹਾਜ਼ ਨਾਲ ਪਿਛਲੇ ਸਾਲ ਜਿਹੜੀਆਂ ਕਿ ਐਂਟੀ ਫਰਾਡ ਸੈਂਟਰ ਹੈ ਕੈਨੇਡਾ ਦਾ, ਉਹਨਾਂ ਨੂੰ 68,000 ਤੋਂ ਜ਼ਿਆਦਾ ਐਪਲੀਕੇਸ਼ਨ ਕਹਿ ਲਓ ਕਿ ਰਿਪੋਰਟਸ ਜਾਂ ਉਹਨਾਂ ਨੂੰ ਕੰਪਲੇਂਟਸ ਮਿਲੀਆਂ ਸੀਗੀਆਂ। 68,000 5-7% ਹੀ ਹੁੰਦੇ ਲੋਕ ਜਿਹੜੇ ਰਿਪੋਰਟ ਕਰਦੇ ਆ, ਕਿਉਂਕਿ ਬਹੁਤ ਸਾਰੇ ਲੋਕ ਜਦੋਂ ਠੱਗੇ ਲੁੱਟੇ ਜਾਣ ਤੇ ਚੁੱਪ ਕਰਕੇ ਦੜੇ ਹੀ ਵੱਟ ਜਾਂਦੇ ਵੀ ਹੁਣ ਜੋ ਹੋਣਾ ਸੀ ਹੋ ਗਿਆ। ਸੋ ਕਹਿਣ ਦਾ ਮਤਲਬ ਲੇਕਿਨ ਕਿ ਵੀ ਇਹ ਜਿੰਨੇ ਕੁ ਵੀ ਗਏ ਆ ਵੀ 68,365 ਦਿਨਾਂ ਦੇ ਵਿੱਚ ਇਹ ਜਿਹੜੀਆਂ ਕੰਪਲੇਂਟਸ ਆ ਐਂਟੀ ਫਰਾਡ ਸੈਂਟਰ ਨੂੰ ਗਈਆਂ ਆ ਜੀ। ਹੁਣ ਤੁਸੀਂ ਦੇਖ ਲਓ ਵੀ ਕਿੱਡਾ ਵੱਡਾ ਇਹ ਧੰਦਾ ਆ। ਕੈਨੇਡਾ ਦੇ ਵਿੱਚੋਂ 2,31,000 ਕਹਿ ਲਓ ਕਿ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਲੁੱਟ ਹੋਏ ਆ, ਉਹਨਾਂ ਦੀ ਜਿਹੜੇ ਮਿਲੀਅਨਸ ਡਾਲਰ ਦੇ ਵਿੱਚ ਦੇਖਣਾ ਹੋਵੇ ਕਿੰਨੀ ਕੁ ਵੱਡੀ ਰਕਮ ਲੁੱਟੀ ਗਈ ਹੈ। ਤੇ ਕੁੱਲ ਮਿਲਾ ਕੇ ਕੰਪਲੇਨੈਂਟਸ ਨੇ ਜਿਹੜਾ ਦੱਸਿਆ ਐਂਟੀ ਫਰਾਡ ਸੈਂਟਰ ਤੇ ਵੀ 231 ਮਿਲੀਅਨ ਡਾਲਰ ਦੀ ਠੱਗੀ ਜਿਹੜੀ ਆ ਜੀ ਕੈਨੇਡੀਅਨਸ ਨਾਲ ਇਸ ਤਰੀਕੇ ਦੇ ਨਾਲ ਹੋਈ ਆ। ਇਹ ਤਰ੍ਹਾਂ ਦੇ ਜਿਹੜੇ ਆਨਲਾਈਨ ਫਰਾਡ ਹੈਗੇ ਆ, ਸੋ ਇਸ ਪ੍ਰਤੀ ਥੋੜਾ ਅਵੇਅਰ ਰਹਿਣ ਦੀ ਲੋੜ ਹੈ। ਇੱਕ ਤੇ ਇਹੀ ਕਿਹਾ ਜਾਂਦਾ ਜੀ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਇਹ ਕੋਈ ਰੋਜ਼ੀ ਜੋਬ ਆਫਰ ਦਿੱਤੀ ਜਾਂਦੀ ਆ ਉਹਦੇ ਪ੍ਰਤੀ ਜ਼ਰੂਰ ਸੁਚੇਤ ਰਹਿਣਾ ਚਾਹੀਦਾ, ਇੱਕਦਮ ਇਮੋਸ਼ਨਲ ਨਹੀਂ ਹੋ ਜਾਣਾ ਚਾਹੀਦਾ। ਸੋ ਦੂਸਰਾ ਇਹ ਹੈ ਜੀ ਵੀ ਜਿਹੜਾ ਘਰੋਂ ਕੰਮ ਕਰਨਾ ਤੇ ਬਹੁਤ ਸੌਖਾ, ਕਿਤੇ ਜਾਣ ਦੀ ਲੋੜ ਨਹੀਂ ਤੇ ਤੁਹਾਨੂੰ ਉਹਦੀ ਹਾਈ ਯੀਲਡ ਮਿਲਣੀ ਸ਼ੁਰੂ ਹੋ ਜਾਊਗੀ, ਵੱਡੀ ਤਨਖਾਹ, ਮੋਟਾ ਚੈੱਕ ਆਊਗਾ। ਇਹਦੇ ਪ੍ਰਤੀ ਵੀ ਅੱਖਾਂ ਖੁੱਲਣੀਆਂ ਚਾਹੀਦੀਆਂ ਵੀ ਇੱਦਾਂ ਕਿੱਦਾਂ ਸੰਭਵ ਹੈ ਅੱਜ ਦੇ ਸਮੇਂ ਦੇ ਵਿੱਚ। ਤੇ ਦੂਸਰਾ ਇਹ ਤੇ ਜਿਹੜੀਆਂ ਈਮੇਲਸ ਵਗੈਰਾ ਸਸਪੀਸ਼ੀਅਸ ਆਉਂਦੀਆਂ ਉਹਨਾਂ ਦੇ ਇੱਕਦਮ ਜਵਾਬ ਦੇਣ ਦੀ ਜਿਹੜੀ ਉਹ ਕਾਹਲੀ ਨਹੀਂ ਕੀਤੀ ਜਾਣੀ ਚਾਹੀਦੀ। ਬਹੁਤ ਸਾਰੇ ਲੋਕ ਜਿਹੜੇ ਈਮੇਲਾਂ ਦਾ ਜਵਾਬ ਦੇ ਕੇ ਤੇ ਜਾਂ ਫਿਰ ਆਪਣਾ ਸਿਨ ਨੰਬਰ ਜਾਂ ਪਰਸਨਲ ਇਨਫੋਰਮੇਸ਼ਨ ਦੇ ਕੇ ਵੀ ਬਹੁਤ ਵੱਡਾ ਜਿਹੜਾ ਜੀ ਪੀ ਆਪਣਾ ਨੁਕਸਾਨ ਕਰਵਾ ਰਹੇ ਆ ਜੀ। ਤੁਸੀਂ ਹੁਣ ਗੱਲਾਂ ਬਾਤਾਂ ਸੁਣ ਚੁੱਕੇ ਹੋ ਤੇ ਤੁਸੀਂ ਕੋਈ ਵੀ ਸਵਾਲ ਜਵਾਬ ਜੌਲ ਸਾਹਿਬ ਨਾਲ ਕਰਨਾ ਚਾਹੁੰਦੇ ਹੋ ਆਫ ਦੀ ਏਅਰ ਤਾਂ ਤੁਸੀਂ ਕਰ ਸਕਦੇ ਹੋ। ਨੰਬਰ ਦੇ ਦਿਓ ਫਟਾਫਟ। ਇਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 4168953784 4168953784 ਤੇ ਜੌਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਕੇ ਵਿਊਜ਼, ਨਿਊਜ਼, ਗੱਲਾਂ ਬਾਤਾਂ, ਵੀਡੀਓਜ਼ ਤੁਸੀਂ ਐਵਰੀਡੇ ਤੁਹਾਨੂੰ ਤੁਹਾਡੇ ਹੈਂਡ ਹੈਲਡ ਡਿਵਾਈਸ ਤੇ ਪਹੁੰਚ ਜਾਂਦੀਆਂ ਨੇ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਅੱਜ ਬਹੁਤ ਮਿਹਰਬਾਨੀ। ਤੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਅਸੀਂ ਸਤਿ ਸ਼੍ਰੀ ਅਕਾਲ ਵੀ ਕਹਿੰਦੇ ਹਾਂ। ਤੇ ਜਿੰਨੀ ਛੇਤੀ ਅੰਮ੍ਰਿਤਸਰ ਨੂੰ ਫਲਾਈਟ ਸ਼ੁਰੂ ਹੋ ਜੇ ਆਪਾਂ ਉਸ ਦੇ ਹਿਮਾਇਤੀ ਚਾਹੁੰਦੇ ਹਾਂ, ਪਰ ਐਫਰਟ ਸਾਡੀ ਫੋਕਸਡ ਹੋਣੀ ਚਾਹੀਦੀ ਹੈ। ਜੋ ਭੈਣ ਭਰਾ ਜੋ ਕਰ ਸਕਦਾ ਉਹ ਕਰੇ, ਪਰ ਥੋੜਾ ਜਿਹਾ ਇਸ ਤਰੀਕੇ ਦੇ ਨਾਲ ਆ ਵੀ ਕੰਮ 에ਅਰਲਾਈਨ ਤੋਂ ਸ਼ੁਰੂ ਕਰਨਾ ਜ਼ਰੂਰੀ ਆ ਤੇ ਉਹਨਾਂ ਨੂੰ ਪ੍ਰੋਫਿਟੇਬਿਲਿਟੀ ਜੇ ਹੈਗੀ ਆ ਤੇ ਸਾਬਤ ਕਰਨਾ ਪਊਗਾ ਕਿ ਆ ਦੇਖੋ ਜੀ ਹੈਗੀ ਆ ਜੀ। ਤੇ ਉਹਨਾਂ ਕੋਲੋਂ ਟਾਈਮ ਜਿਹੜਾ ਉਹ ਐਮਪੀ ਲੈ ਕੇ ਦੇ ਸਕਦੇ ਆ, ਉਹਨਾਂ ਵਾਸਤੇ ਖੱਬੇ ਹੱਥ ਦਾ ਕੰਮ ਹੈ ਜੇ ਉਹਨਾਂ ਨੇ ਕੰਮ ਹੀ ਕਰਾਉਣਾ ਹੀ ਹੋਵੇ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।